कोरिलेशन बिटवीन फ्रीक्वेंसी एंड टाइम रिस्पॉन्स ये बहुत ही इंपॉर्टेंट टॉपिक है फॉर द पॉइंट ऑफ व्यू ऑफ पेपर्स फाइनल पेपर के मोस्टली पूछा जाता है व्हाट इज द कोरिलेशन बिटवीन फ्रीक्वेंसी एंड टाइम रिस्पॉन्स। कोरिलेशन ਅਸੀਂ ਡਰਾਈਵ ਕਰਨ ਲਈ फ्रीक्वेंसी रिस्पॉन्स ਦੀਆਂ ਟਰਮਸ ਦੇਖੀਏ ਤੇ ਟਾਈਮ ਰਿਸਪੌਂਸ ਦੀਆਂ। फ्रीक्वेंसी रिस्पॉन्स ਦੇ ਵਿੱਚ ਜਿਹੜਾ ਟਾਈਮ ਰਿਸਪੌਂਸ ਦੇ ਵਿੱਚ ਹੁੰਦੀ ਹੈ ਡੈਂਪਡ फ्रीक्वेंसी ओमेगा डी। ओमेगा डी काहदे बराबर हुंदा ओमेगा n into 1 minus जीटा स्क्वायर। एक टर्म हुंदी है मैक्सिमम ओवरशूट mp e रेज पर माइनस जीटा पाई ओवर 1 माइनस जीटा स्क्वायर। ਇਹਦੇ ਵਿੱਚ जीटा ਦੀ ਕੋਈ कंडीशन नहीं हुंदी। तो ਜਿਹੜਾ फ्रीक्वेंसी रिस्पॉन्स है ये फ्रीक्वेंसी रिस्पॉन्स ਇਹਦੇ ਵਿੱਚ ਦੋ ਟਰਮਸ ਇਹਦੇ ਚ ਹੁੰਦੀਆਂ। ਇੱਕ ਹੁੰਦੀ ਹੈ ਰੈਜ਼ੋਨੈਂਟ फ्रीक्वेंसी ਤੇ ਰੈਜ਼ੋਨੈਂਟ ਪੀਕ। रेजोनेंट फ्रीक्वेंसी काहदे बराबर होंदी है ओमेगा r इक्वल टू काहदे बराबर होंदी है ओमेगा n into 1 minus 2 जीटा स्क्वायर ते m r रेजोनेंट पीक होंदी है 1 over 2 जीटा into अंडर द रूट ऑफ 1 minus जीटा स्क्वायर। ते ਇਹਦੇ ਵਿੱਚ ਇਹ ਕੰਡੀਸ਼ਨ ਲੱਗੀ ਹੁੰਦੀ ਹੈ जीटा ਤੇ जीटा ਦੀ ਵੈਲਿਊ ਕੀ ਹੈ 0.707 ਤੋਂ ਘੱਟ ਹੋਣੀ ਚਾਹੀਦੀ ਹੈ। ਤਾਂ ਅਸੀਂ ਕੋਰਿਲੇਸ਼ਨ ਡਰਾਈਵ ਕਰੀਏ ਇਹਨਾਂ ਟਰਮਾਂ ਦੇ ਵਿੱਚ। ਪਹਿਲਾਂ ਅਸੀਂ mp ਤੇ mr ਦੇ ਵਿੱਚ ਦੇਖਾਂਗੇ। ਮੈਂ mp ਤੇ जीटा ਦੇ ਵਿੱਚ ਪਲਾਟ ਕਰਦਾ ਪਹਿਲਾਂ mp ਤੇ जीटा ਦੇ ਵਿੱਚ। ਇੱਕ ਪਾਸੇ ਮੈਂ mp ਲੈ ਲੈਣਾ ਇੱਕ ਪਾਸੇ ਕੀ ਹੈ जीटा ਲੈ ਲੈਣਾ ਤੇ ਇਧਰ ਲਵਾਂਗਾ mr ਤੇ जीटा। ਇਹਨਾਂ ਦੇ ਵਿੱਚ ਅਸੀਂ मतलब ग्राफ ड्रा करिए ਤਾਂ जीटा 0 कर लो। उस ਵੇਲੇ mp ਦੀ ਵੈਲਿਊ ਕਾਹਦੇ ਬਰਾਬਰ ਆ ਗਈ e ਰੇਟ ਪਾਵਰ 0 ਕਿੰਨੀ ਆ ਗਈ 1। ਜਦੋਂ जीटा ਇਨਫਿਨਿਟੀ ਕਰ ਲਿਆ ਤਾਂ ਉਸ ਵੇਲੇ mp ਦੀ ਵੈਲਿਊ ਕਿੰਨੀ ਆ ਜੂਗੀ e ਰੇਟ ਪਰ ਮਾਈਨਸ ਇਨਫਿਨਿਟੀ ਮੀਨਸ 0। ਤਾਂ ਇਹ ਪਲਾਟ ਆ ਗਿਆ ਤੁਹਾਡਾ mp ਤੇ जीटा ਦੇ ਵਿੱਚ। ਇਨਫਿਨਿਟੀ ਤੇ ਜਾ ਕੇ 0 ਹੋ ਗਿਆ, ਇੱਥੇ 1 ਹੈ mp। ਠੀਕ ਹੈ। mr ਦੇ ਵਿੱਚ ਦੇਖਿਆ ਮੈਂ ਇੱਥੇ जीटा 0 ਕਰ ਲਓ, जीटा 0 ਕਰੋ ਤਾਂ mr ਦੀ ਵੈਲਿਊ ਆ ਜੂ 1 over 0। mr ਕਿੰਨਾ ਆ ਜੂਗਾ ਇਨਫਿਨਿਟੀ। ਤੇ ਜਦੋਂ जीटा इक्वल टू इनफिनिटी है उस वेले mr की वैल्यू कितनी आ जू 1 ओवर इनफिनिटी कितनी आ जूगी 0 आ जाएगी। तो 0 ते जाके इनफिनिटी होना है, इस करके इहदा प्लॉट इस तरह का हुंदा है करके प्लॉट हुंदा। पर असीं 0.707 तो ज़्यादा नहीं लेना। जीटा की वैल्यू 0.707 तो की घट होनी चाहिए। तो यह हैगा mr ते जीटा दे विच प्लॉट। ਅਸੀਂ ਦੋਨਾਂ ਪਲਾਟਸ ਤੋਂ ਅਸੀਂ ਦੇਖਦੇ ਕੀ ਸਿਮਿਲੈਰਿਟੀ ਹੈ, ਦੋਨਾਂ ਦੇ ਵਿੱਚ ਕੀ ਕੋਰਿਲੇਸ਼ਨ ਹੈ। ਜਿਵੇਂ जीटा ਦੀ ਵੈਲਿਊ ਡਿਕਰੀਜ਼ ਹੋ ਰਹੀ ਹੈ ਇਹਦੇ ਵਿੱਚ ਵੀ mr ਦੀ ਵੈਲਿਊ ਵੀ ਇਨਕਰੀਜ਼ ਹੋ ਰਹੀ ਹੈ, ਇਹਦੇ ਵਿੱਚ mp ਦੀ ਵੈਲਿਊ ਵੀ ਇਨਕਰੀਜ਼ ਹੋ ਰਹੀ ਹੈ। ਤਾਂ ਕੋਰਿਲੇਸ਼ਨ ਕੀ ਆ ਗਿਆ ਐਜ਼ ਦ ਵੈਲਿਊ ਆਫ जीटा ਡਿਕਰੀਜ਼ਸ ਦ mr ਐਂਡ mp ਬੋਥ ਇਨਕਰੀਜ਼ਸ। mr ਤੇ mp ਕੀ ਦੋਨੇ ਇਨਕਰੀਜ਼ ਕਰਦੇ ਆ ਬਟ ਦ ਮੈਕਸਿਮਮ ਵੈਲਿਊ ਆਫ mp ਇਜ਼ ਇਕੁਅਲ ਟੂ 1 whereas mr attains high value at जीटा is equal to 0.2 ਤੇ ਜਾ ਕੇ ਜਾਂ 0.1 ਤੇ ਜਾ ਕੇ mr ਕੀ ਹੈ ਬਹੁਤ ਜ਼ਿਆਦਾ ਵੈਲਿਊ ਹਾਈ ਅਟੇਨ ਕਰ ਜਾਂਦਾ ਹੈ ਤੇ जीटा is equal to 0 ਤੇ ਜਾ ਕੇ mr ਕੀ ਹੈ ਇਨਫਿਨਿਟੀ ਹੋ ਜਾਂਦਾ। ਤਾਂ ਸਾਡੇ ਕੋਲੇ ਇਹ ਕੋਰਿਲੇਸ਼ਨ ਹੋਇਆ ਦੋਨਾਂ ਦੇ ਵਿੱਚ। ਜਿਵੇਂ जीटा ਦੀ ਵੈਲਿਊ ਡਿਕਰੀਜ਼ ਹੁੰਦੀ ਹੈ mr ਤੇ mp ਦੋਨੇ ਕੀ ਹੈ ਇਨਕਰੀਜ਼ ਕਰਦੇ ਆ ਤੇ ਇਹਨਾਂ ਦੀ ਮੈਕਸਿਮਮ ਵੈਲਿਊ mp ਦੀ ਮੈਕਸਿਮਮ ਵੈਲਿਊ 1 ਹੁੰਦੀ ਹੈ ਤੇ mr ਦੀ ਮੈਕਸਿਮਮ ਵੈਲਿਊ ਕਿੰਨੀ ਹੁੰਦੀ ਹੈ ਇਨਫਿਨਿਟੀ ਹੁੰਦੀ ਹੈ। ਤਾਂ ਪਹਿਲਾ ਜਿਹੜਾ ਸਾਡਾ ਕੀ ਸੀ ਉਹ ਕੋਰਿਲੇਸ਼ਨ ਦੋਨਾਂ ਗ੍ਰਾਫਸ ਤੋਂ ਹੀ ਪਤਾ ਲੱਗਿਆ ਦਾ ਗ੍ਰਾਫ ਬਿਟਵੀਨ mp ਐਂਡ जीटा ਮੈਕਸਿਮਮ ਓਵਰਸ਼ੂਟ ਐਂਡ जीटा ਡੈਂਪਿੰਗ ਰੇਸ਼ੋ mr ਐਂਡ जीटा। mr ਕੀ ਚੀਜ਼ ਹੈ ਰੈਜ਼ੋਨੈਂਟ ਪੀਕ ਐਂਡ जीटा ਆਰ ਸ਼ੋਨ ਇਨ ਫਿਗਰ। ਇਹਨਾਂ ਫਿਗਰ ਦੇ ਵਿੱਚ ਸ਼ੋ ਕੀਤੇ। ਇੱਥੋਂ ਇਹਨਾਂ ਫਿਗਰਾਂ ਨੂੰ ਕੀ ਕਲੀਅਰ ਹੁੰਦਾ ਐਜ਼ ਦਾ ਵੈਲਿਊ ਆਫ जीटा ਡਿਕਰੀਜ਼ਸ। ਜਿਵੇਂ जीटा ਦੀ ਵੈਲਿਊ ਕੀ ਹੈ ਡਿਕਰੀਜ਼ ਕਰਦੇ ਹਾਂ ਅਸੀਂ ਬੋਥ mr ਐਂਡ mp ਇਨਕਰੀਜ਼ਸ। mr ਵੀ ਇਨਕਰੀਜ਼ ਕਰ ਰਿਹਾ ਤੇ mp ਵੀ ਇਨਕਰੀਜ਼ ਕਰ ਰਿਹਾ ਬਟ ਮੈਕਸਿਮਮ ਵੈਲਿਊ ਆਫ mp ਕਿੰਨੀ ਹੈ 1 ਹੈ। ਮੈਕਸਿਮਮ ਵੈਲਿਊ ਆਫ mp ਕਿੰਨੀ ਹੈ 1 ਵੇਅਰ ਐਜ਼ mr ਜਿਹੜਾ mr ਹੈ ਕੀ ਹੈ attains a high value at जीटा is equal to 0.2। 0.2 ਤੇ ਜਾ ਕੇ ਇਹਦੀ ਕਾਫੀ ਵੈਲਿਊ ਹੋ ਜਾਂਦੀ ਹੈ and it becomes infinity at जीटा is equal to 0।
ਤਾਂ ਇੱਥੋਂ ਕੀ ਕੋਰਿਲੇਸ਼ਨ ਆਇਆ, ਜਿਵੇਂ ਜੀਟਾ ਦੀ ਵੈਲਿਊ ਕੀ ਹੈ ਘਟ ਰਹੀ ਹੈ, ਐਮ ਆਰ ਤੇ ਐਮ ਪੀ ਦੀ ਵੈਲਿਊ ਕੀ ਹੈ ਇਨਕਰੀਜ਼ ਹੋ ਰਹੀ ਹੈ। ਦੂਸਰਾ ਕੋਰਿਲੇਸ਼ਨ, ਸੈਕੰਡ ਕੋਰਿਲੇਸ਼ਨ ਲਈ ਅਸੀਂ ਓਮੇਗਾ ਆਰ ਨੂੰ ਕਿਹਦੇ ਨਾਲ ਡਿਵਾਈਡ ਕਰ ਦਈਏ, ਓਮੇਗਾ ਡੀ ਨਾਲ। ਓਮੇਗਾ ਆਰ ਦੀ ਵੈਲਿਊ ਲੈ ਕੇ, ਓਮੇਗਾ ਆਰ ਦੀ ਵੈਲਿਊ ਕਿੰਨੀ, ਓਮੇਗਾ ਐਨ ਇਨਟੂ 1 ਮਾਈਨਸ 2 ਜੀਟਾ ਸਕੁਅਰ, ਓਮੇਗਾ ਡੀ ਦੀ ਵੈਲਿਊ ਕਿੰਨੀ ਹੈ 1 ਮਾਈਨਸ ਜੀਟਾ ਸਕੁਅਰ, ਇਹਨੂੰ ਡਿਵਾਈਡ ਕਰ ਦਈਏ। ਠੀਕ ਹੈ, ਅਸੀਂ ਓਮੇਗਾ ਆਰ ਬਾਈ ਓਮੇਗਾ ਡੀ ਲੈ ਲਈਏ ਇੱਕ ਪਾਸੇ, ਓਮੇਗਾ ਆਰ ਬਾਈ ਓਮੇਗਾ ਡੀ, ਤੇ ਇੱਕ ਪਾਸੇ ਕੀ ਲੈ ਲਈਏ ਜੀਟਾ ਲੈ ਲਈਏ। ਇਹਦੇ ਵਿੱਚ ਗ੍ਰਾਫ ਡਰਾ ਕਰੀਏ। ਪਹਿਲਾਂ ਅਸੀਂ ਜੀਟਾ 0 ਕਰ ਲਓ, ਜੀਟਾ 0 ਕਰ ਲਓ ਤਾਂ ਓਮੇਗਾ ਆਰ ਬਾਈ ਓਮੇਗਾ ਡੀ ਦੀ ਵੈਲਿਊ ਕਿੰਨੀ ਆ ਗਈ 1 ਮਾਈਨਸ 0, 1 ਮਾਈਨਸ 0 ਇਹ 1 ਹੋ ਗਿਆ। ਓਮੇਗਾ ਆਰ ਬਾਈ ਓਮੇਗਾ ਡੀ ਦੀ ਵੈਲਿਊ ਕਿੰਨੀ ਹੋ ਗਈ 1 ਹੋ ਗਈ। ਫਿਰ ਜੀਟਾ ਨੂੰ ਕਿੰਨਾ ਲੈ ਲਓ 0.707 ਮੀਨਸ ਇਕੁਅਲ ਟੂ 1 ਬਾਈ ਅੰਡਰ ਰੂਟ 2। ਜਦੋਂ ਇੱਥੇ 1 ਬਾਈ ਅੰਡਰ ਰੂਟ 2 ਭਰਾਂਗੇ ਆ ਗਿਆ 1 ਬਾਈ ਅੰਡਰ ਰੂਟ 2, 1 ਬਾਈ 2 ਬਣ ਗਿਆ, 2 ਨਾਲ 2 ਕੱਟ ਗਿਆ, 1 ਮਾਈਨਸ 1 ਕਿੰਨਾ ਹੋ ਗਿਆ 0। ਤਾਂ ਓਮੇਗਾ ਆਰ ਬਾਈ ਓਮੇਗਾ ਡੀ ਦੀ ਵੈਲਿਊ ਕਿੰਨੀ ਹੋ ਗਈ 0। ਤੇ ਅਸੀਂ ਓਮੇਗਾ ਆਰ ਬਾਈ ਓਮੇਗਾ ਡੀ ਤੇ ਜੀਟਾ ਦੇ ਵਿੱਚ ਜੇ ਅਸੀਂ ਗ੍ਰਾਫ ਦੇਖੀਏ ਤਾਂ ਇਸ ਤਰ੍ਹਾਂ ਦਾ ਆਉਂਦਾ। ਇੱਥੇ ਜੀਟਾ ਹੈਗਾ ਤੁਹਾਡਾ 0.707, ਇੱਥੇ ਜੀਟਾ, ਇੱਥੇ ਓਮੇਗਾ ਬਾਈ ਓਮੇਗਾ ਆਰ ਬਾਈ ਓਮੇਗਾ ਡੀ ਦੀ ਵੈਲਿਊ ਕਿੰਨੀ ਹੈ 1। ਜਦੋਂ ਜੀਟਾ 0.707 ਹੋ ਜਾਂਦਾ ਉਸ ਵੇਲੇ ਓਮੇਗਾ ਆਰ ਬਾਈ ਓਮੇਗਾ ਡੀ ਦੀ ਵੈਲਿਊ ਕਿੰਨੀ ਹੋ ਜਾਂਦੀ ਹੈ 0 ਹੋ ਜਾਂਦੀ ਹੈ। ਤਾਂ ਇਹ ਇੱਕ ਫਾਈਨਾਈਟ ਕਰਵ ਆ ਗਿਆ। ਦੋ ਟਰਮਸ ਦੇ ਵਿੱਚ ਡਿਵਾਈਡ ਕਰਨ ਤੇ ਜੇਕਰ ਇੱਕ ਫਾਈਨਾਈਟ ਕਰਵ ਆ ਜੇ ਤੇ ਵੇਰੀਏਬਲ ਦੇ ਨਾਲ ਵੇਰੀ ਕਰਨ ਤੇ, ਤਾਂ ਇੱਥੋਂ ਇਹ ਪ੍ਰੂਵ ਹੁੰਦਾ ਵੀ ਇਹ ਚੀਜ਼ਾਂ ਦੋਨੇ ਕੀ ਹੈ ਇੱਕ ਦੂਜੇ ਨਾਲ ਕੋਰਿਲੇਟਡ ਹੈ। ਓਮੇਗਾ ਆਰ ਤੇ ਓਮੇਗਾ ਡੀ ਕੀ ਹੈ ਕੋਰਿਲੇਟਡ ਹੈ। ਬਟ ਦਿਸ ਕੋਰਿਲੇਸ਼ਨ ਐਗਜ਼ਿਸਟ ਓਨਲੀ ਫਾਰ ਜੀਟਾ ਇਜ਼ ਇਕੁਅਲ ਟੂ 0 ਤੋਂ ਲੈ ਕੇ 0.707 ਤੱਕ ਹੀ ਐਗਜ਼ਿਸਟ ਕਰਦਾ ਹੈ। 0.707 ਤੇ ਜਾ ਕੇ ਇਹ ਕੋਰਿਲੇਸ਼ਨ ਕੀ ਹੋ ਜਾਂਦਾ ਬ੍ਰੇਕ ਹੋ ਜਾਂਦਾ ਹੈ 0.707 ਤੇ ਜਾ ਕੇ ਇਹ। ਤਾਂ ਓਮੇਗਾ ਆਰ ਬਾਈ ਓਮੇਗਾ ਡੀ, the graph between omega r by omega d and zeta is shown in figure, ਆ ਫਿਗਰ ਦੇ ਵਿੱਚ ਬਣਿਆ, which is a finite curve। ਇੱਕ ਕੀ ਹੈ ਇੱਕ finite curve ਹੈ which shows that finite curve ਹੈ, it shows that omega r and omega d are correlated to each other। ਤਾਂ ਇੱਥੋਂ ਇਹ ਪ੍ਰੂਵ ਹੁੰਦਾ ਹੈ ਓਮੇਗਾ ਆਰ ਤੇ ਓਮੇਗਾ ਡੀ ਕੀ ਹੈ ਦੋਨੇ ਇੱਕ ਦੂਜੇ ਨਾਲ ਕੋਰਿਲੇਟਡ ਹੈਗੇ ਆ। ਦਿਸ ਕੋਰਿਲੇਸ਼ਨ ਬ੍ਰੇਕਸ ਵੈਨ ਜੀਟਾ ਇਜ਼ ਗ੍ਰੇਟਰ ਦੈਨ 0.707। ਜਦੋਂ ਜੀਟਾ ਦੀ ਵੈਲਿਊ 0.707 ਤੋਂ ਵੱਧ ਜਾਂਦੀ ਹੈ ਇਹ ਕੋਰਿਲੇਸ਼ਨ ਕੀ ਹੈ ਐਗਜ਼ਿਸਟ ਨਹੀਂ ਕਰਦਾ। ਇਸ ਕਰਕੇ ਸੈਕੰਡ ਕੋਰਿਲੇਸ਼ਨ ਕੀ ਆ ਗਿਆ ਓਮੇਗਾ ਆਰ ਤੇ ਓਮੇਗਾ ਡੀ ਹੈ ਇੱਕ ਦੂਜੇ ਦੇ ਨਾਲ ਕੀ ਹੈ ਕੋਰਿਲੇਟਡ ਹੈ, ਕਿਉਂਕਿ ਓਮੇਗਾ ਆਰ ਬਾਈ ਓਮੇਗਾ ਡੀ ਤੇ ਜੀਟਾ ਦੇ ਵਿੱਚ ਜਿਹੜਾ ਗ੍ਰਾਫ ਹੈ ਤੁਹਾਡਾ ਉਹ ਕੀ ਹੈ ਫਾਈਨਾਈਟ ਕਰਦਾ। ਥੈਂਕ ਯੂ ਵੈਰੀ ਮਚ। ਇਹਦੇ ਨਾਲ ਸਾਡਾ ਸੈਕੰਡ ਆਰਡਰ ਕੰਟਰੋਲ ਸਿਸਟਮ ਖਤਮ ਹੋਇਆ। ਥੈਂਕ ਯੂ।